ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਮੇਰਾ ਨਾਮ ਰਾਜਬੀਰ ਕੌਰ ਹੈ। ਮੈਂ ਬਾਬਾ ਨਾਮਦੇਵ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਿਖੇ ਬਤੌਰ ਪੰਜਾਬੀ ਅਧਿਆਪਿਕਾ ਸੇਵਾ ਨਿਭਾ ਰਹੀ ਹਾਂ। ਅੱਜ ਅਸੀਂ 10ਵੀਂ ਜਮਾਤ ਦੇ ਪੰਜਾਬੀ ਵਿਸ਼ੇ ਦੇ ਪੇਪਰ ਏ ਦੇ ਪਾਠਕ੍ਰਮ ਵਿੱਚ ਸ਼ਾਮਿਲ ਇਕਾਂਗੀ ਜਫਰਨਾਮਾ ਬਾਰੇ ਗੱਲਬਾਤ ਕਰਾਂਗੇ। ਜਫਰਨਾਮਾ ਇਕਾਂਗੀ ਡਾਕਟਰ ਹਰਚਰਨ ਸਿੰਘ ਦਾ ਲਿਖਿਆ ਹੋਇਆ ਹੈ। ਡਾਕਟਰ ਹਰਚਰਨ ਸਿੰਘ ਦਾ ਜਨਮ 10 ਦਸੰਬਰ 1914 ਈਸਵੀ ਨੂੰ ਹੋਇਆ। ਆਪ ਦੀਆਂ ਪ੍ਰਮੁੱਖ ਰਚਨਾਵਾਂ ਹਨ ਕਮਲਾ ਕੁਮਾਰੀ, ਰਾਜਾ ਪੋਰਸ, ਜੀਵਨ ਲੀਲਾ, ਖੇਡਣ ਦੇ ਦਿਨ 4, 5 ਗੀਟੜਾ, ਦੂਰ ਦੁਰਾਡੇ ਸ਼ਹਿਰੋਂ, ਤੇਰਾ ਘਰ ਸੋ ਮੇਰਾ ਘਰ, ਮੁੜਕੇ ਦੀ ਖੁਸ਼ਬੋ, ਸ਼ੋਭਾ ਸ਼ਕਤੀ, ਰੱਤਾ ਸਾਲੂ, ਕੱਲ ਅੱਜ ਤੇ ਭਲਕ, ਹਿੰਦ ਦੀ ਚਾਦਰ, ਦੇਖ ਕਬੀਰਾ ਰੋਇਆ, ਮਸੀਹਾ ਸੂਲੀ ਤੇ ਮੁਸਕਰਾਇਆ, ਪੰਜਾਬ ਦੀ ਇੱਕੋ ਮਰਦ ਰਾਣੀ ਜਿੰਦਾ, ਜੀਵਨ ਲੀਲਾ, ਸਾਂਝਾ ਰਾਜ, ਸਪਤ ਰਿਸ਼ੀ, ਕਾਇਆ ਕਲਪ, ਪੱਛਮ ਦਾ ਮਾਇਆ ਜਾਲ। ਜਫਰਨਾਮਾ ਇੱਕ ਇਤਿਹਾਸਿਕ ਇਕਾਂਗੀ ਹੈ। ਗੁਰੂ ਗੋਬਿੰਦ ਸਿੰਘ ਜੀ ਨੇ 1705 ਈਸਵੀ ਵਿੱਚ ਪਿੰਡ ਦੀਨਾ ਕਾਂਗੜ ਮਾਲਵਾ ਤੋਂ ਫਾਰਸੀ ਕਵਿਤਾ ਵਿੱਚ ਇੱਕ ਖੱਤ ਲਿਖ ਕੇ ਭਾਈ ਦਇਆ ਸਿੰਘ ਹੱਥ ਔਰੰਗਜ਼ੇਬ ਨੂੰ ਭੇਜਿਆ ਸੀ। ਇਸ ਖੱਤ ਨੂੰ ਜਫਰਨਾਮਾ ਕਿਹਾ ਜਾਂਦਾ ਹੈ। ਇਸ ਜਫਰਨਾਮੇ ਨੂੰ ਪੜ੍ਹ ਕੇ ਔਰੰਗਜ਼ੇਬ ਦੀ ਜ਼ਮੀਰ ਝੰਜੋੜੀ ਗਈ। ਉਸ ਨੂੰ ਇਸ ਖੱਤ ਤੋਂ ਅਹਿਸਾਸ ਹੋਇਆ ਕਿ ਵਜ਼ੀਰ ਖਾਨ ਨੇ ਪਵਿੱਤਰ ਕੁਰਾਨ ਦੀਆਂ ਝੂਠੀਆਂ ਕਸਮਾਂ ਖਾ ਕੇ ਗੁਰੂ ਗੋਬਿੰਦ ਸਿੰਘ ਜੀ ਨੂੰ ਆਨੰਦਪੁਰ ਸਾਹਿਬ ਵਿੱਚੋਂ ਧੋਖੇ ਨਾਲ ਕਢਵਾ ਦਿੱਤਾ। ਉਹਨਾਂ ਦੇ ਵੱਡੇ ਦੋਵੇਂ ਸਾਹਿਬਜ਼ਾਦੇ ਜੰਗ ਵਿੱਚ ਸ਼ਹੀਦ ਹੋ ਗਏ ਅਤੇ ਛੋਟਿਆਂ ਦੋਹਾਂ ਨੂੰ ਨੀਹਾਂ ਵਿੱਚ ਚਿਣਵਾ ਦਿੱਤਾ ਗਿਆ। ਇਸ ਚਿੱਠੀ ਦਾ ਔਰੰਗਜ਼ੇਬ ਦੇ ਮਨ 'ਤੇ ਡੂੰਘਾ ਅਸਰ ਪਿਆ। ਉਸ ਦੇ ਮਨ ਵਿੱਚ ਪਛਤਾਵਾ ਭਰ ਜਾਂਦਾ ਹੈ ਅਤੇ ਡਰ ਕਾਰਨ ਬੜੇ ਭਿਆਨਕ ਸੁਪਨੇ ਆਉਂਦੇ ਹਨ। ਇਸ ਵਿੱਚ 2 ਆਵਾਜ਼ਾਂ ਬੋਲਦੀਆਂ ਹਨ, ਇੱਕ ਬਾਹਰ ਮੁਖੀ ਅਤੇ ਦੂਸਰੀ ਉਹਦੇ ਹੀ ਅੰਦਰ ਦੀ ਸੱਚੀ ਆਵਾਜ਼। ਦੋਹਾਂ ਆਵਾਜ਼ਾਂ ਵਿੱਚ ਘਿਰਿਆ ਔਰੰਗਜ਼ੇਬ ਦੁਖੀ ਅਤੇ ਪਰੇਸ਼ਾਨ ਹੈ। ਇਹ ਇਕਾਂਗੀ 1966 ਈਸਵੀ ਵਿੱਚ ਲਿਖਿਆ ਗਿਆ। ਚੰਡੀਗੜ੍ਹ ਵਿੱਚ ਹੋਏ ਇਕਾਂਗੀ ਮੁਕਾਬਲਿਆਂ ਵਿੱਚ ਇਹ ਇਕਾਂਗੀ ਖੇਡਿਆ ਗਿਆ ਅਤੇ ਪਹਿਲੇ ਦਰਜੇ 'ਤੇ ਰਿਹਾ। ਡਾਕਟਰ ਹਰਚਰਨ ਸਿੰਘ ਨੂੰ ਰੰਗ ਮੰਚ ਦੀ ਬੇਹੱਦ ਸੂਝ ਸੀ ਅਤੇ ਡੂੰਘਾ ਅਨੁਭਵ ਪ੍ਰਾਪਤ ਸੀ। ਉਹ ਨਾਟਕ ਲਿਖਦੇ ਹੀ ਨਹੀਂ, ਖੇਡਦੇ ਵੀ ਰਹੇ। ਇਸ ਲਈ ਉਹਨਾਂ ਨੂੰ ਨਿਰਮਾਤਾ, ਨਿਰਦੇਸ਼ਕ ਅਤੇ ਅਭਿਨੇਤਾ ਹੋਣ ਦਾ ਮਾਣ ਹਾਸਲ ਹੈ। ਜਫਰਨਾਮਾ ਇਕਾਂਗੀ ਦੇ ਮੁੱਖ ਪਾਤਰ ਹਨ ਔਰੰਗਜ਼ੇਬ, ਸ਼ਹਿਨਸ਼ਾਹ। ਜੀਨਤ ਉਨ ਨਿਸਾ ਔਰੰਗਜ਼ੇਬ ਦੀ ਪੁੱਤਰੀ ਹੈ। ਬੇਗਮ ਉਦੈਪੁਰੀ ਔਰੰਗਜ਼ੇਬ ਦੀ ਪਤਨੀ ਹੈ। ਅਸਤ ਖਾਨ, ਸ਼ਾਹੀ ਹਕੀਮ। ਅਹਿਮਦਨਗਰ ਦੱਖਣ ਵਿੱਚ ਔਰੰਗਜ਼ੇਬ ਆਪਣੇ ਨਿੱਜੀ ਕਮਰੇ ਵਿੱਚ ਸਖਤ ਘਬਰਾਹਟ ਅਤੇ ਡਰ ਦੀ ਹਾਲਤ ਵਿੱਚ ਖੜਾ ਹੈ। ਔਰੰਗਜ਼ੇਬ ਕਹਿੰਦਾ ਹੈ, ਹਰ ਗੱਲ ਮੇਰੀ ਮਰਜ਼ੀ ਦੇ ਖਿਲਾਫ ਹੋ ਰਹੀ ਹੈ। ਕੁਦਰਤ ਵੀ ਕਹਿਰਵਾਨ ਹੋ ਗਈ ਹੈ। ਇਸ ਤਰ੍ਹਾਂ ਲੱਗਦਾ ਹੈ ਕਿ ਖੁਦਾ ਨੇ ਮੈਨੂੰ ਭੁਲਾ ਦਿੱਤਾ ਹੈ। ਇੱਕਦਮ ਸ਼ੋਕ ਸਾਜ਼ਾਂ ਸਮੇਤ ਨੱਚਣ ਦੀ ਆਵਾਜ਼ ਸੁਣਾਈ ਦਿੰਦੀ ਹੈ। ਔਰੰਗਜ਼ੇਬ ਅਤ ਹੈਰਾਨੀ ਤੇ ਗੁੱਸੇ ਨਾਲ, ਸ਼ਾਹੀ ਮਹੱਲ ਵਿੱਚ ਨਾਚ? ਕਿਆ ਇਹਨਾਂ ਨੇ ਮੈਨੂੰ ਮੋਇਆ ਖਿਆਲ ਕਰ ਲਿਆ ਹੈ? ਬੰਦ ਕਰੋ ਇਹ ਨਾਚ ਔਰ ਸਾਜ਼। ਆਵਾਜ਼ ਕਹਿੰਦੀ ਹੈ, ਬੁੱਢੇ ਬਿਮਾਰ ਬਾਦਸ਼ਾਹ, ਤੂੰ ਜ਼ਿੰਦਗੀ ਦੀ ਤੋਰ ਨੂੰ ਰੋਕਣ ਦੇ ਕਾਬਲ ਨਹੀਂ।
ਰਾਗ ਦੀਆਂ ਉੱਚੀਆਂ ਧੁਨਾਂ ਸੁਣਾਈ ਦਿੰਦੀਆਂ ਹਨ। ਔਰੰਗਜ਼ੇਬ ਤਿਲ ਮਿਲਾ ਕੇ ਕਹਿੰਦਾ ਹੈ, ਇਹ ਕਿਆ ਬਦਤਮੀਜ਼ੀ ਹੈ, ਫੌਰਨ ਬੰਦ ਕਰੋ ਇਹ ਰੰਗ ਔਰ ਰਾਗ। ਸ਼ਾਹੀ ਮਹੱਲ ਔਰ ਦਰਬਾਰ ਵਿੱਚ ਇਸ ਦੀ ਸਖਤ ਮਨਾਹੀ ਹੈ। ਆਵਾਜ਼ ਫਿਰ ਕਹਿੰਦੀ ਹੈ, ਔਰੰਗਜ਼ੇਬ ਜ਼ਿੰਦਗੀ ਖੁਦ ਇੱਕ ਰੰਗ ਤਮਾਸ਼ਾ ਹੈ ਜਿਸ ਤੋਂ ਤੂੰ ਮਹਿਰੂਮ ਰਿਹਾ ਹੈ। ਇਸੇ ਵਾਸਤੇ ਤੇਰੀ ਜ਼ਿੰਦਗੀ ਰੰਗਹੀਣ ਅਤੇ ਤੂੰ ਸਖਤ ਮਜਾਜ ਹੈ। ਔਰੰਗਜ਼ੇਬ ਕਹਿੰਦਾ ਹੈ, ਇਤਨਾ ਕੁਫਰ, ਕੌਣ ਨੇ ਇਹ ਲੋਕ ਜੋ ਮੌਤ ਤੋਂ ਐਨੇ ਬੇਖਬਰ ਹਨ। ਆਵਾਜ਼ ਕਹਿੰਦੀ ਹੈ, ਅਦਨਾ ਇਨਸਾਨ, ਤੂੰ ਨਹੀਂ ਪਛਾਣਦਾ ਕਿ ਇਹ ਖੁਸ਼ੀ ਦੇ ਕਹਿ ਕਹੇ ਕੌਣ ਮਾਰ ਰਹੇ ਹਨ। ਔਰੰਗਜ਼ੇਬ, ਨਹੀਂ, ਕੌਣ ਹਨ ਇਹ ਸ਼ਖਸ। ਆਵਾਜ਼, ਇਹ ਹਨ ਤੇਰੇ ਅਹਿਲਕਾਰ, ਫੌਜਦਾਰ, ਸੂਬੇਦਾਰ, ਉਮਰਾ ਔਰ ਉਲਿਮਾ ਜੋ ਤੇਰੀ ਮੌਤ ਦੀਆਂ ਘੜੀਆਂ ਉਡੀਕ ਰਹੇ ਹਨ। ਉਹ ਸ਼ੇਰੋ ਸ਼ਾਇਰੀ ਨਾਲ ਤੈਨੂੰ ਚਿੜਾ ਰਹੇ ਹਨ ਕਿਉਂਕਿ ਤੂੰ ਸਾਰੀ ਉਮਰ ਇਹਨਾਂ ਨੂੰ ਕੁਫਰ ਦੇ ਠੇਕੇਦਾਰ ਕਹਿੰਦਾ ਰਿਹਾ ਹੈ। ਸ਼ਰਾਬ ਦੇ ਨਸ਼ੇ ਵਿੱਚ ਉਹ ਤੇਰੀ ਕਮਜ਼ੋਰੀ ਦਾ ਮਜ਼ਾਕ ਉਡਾ ਰਹੇ ਹਨ। ਔਰੰਗਜ਼ੇਬ ਡਰ ਨਾਲ ਕੰਬਦਾ ਹੋਇਆ, ਇਹ ਖਤਰਨਾਕ ਸ਼ੋਰ ਕੈਸਾ ਹੈ। ਆਵਾਜ਼, ਮੁਗਲ ਤਖਤੋ ਤਾਜ ਲਈ ਤੇਰੇ ਬੇਟਿਆਂ ਵਿੱਚ ਖਾਨਾ ਜੰਗੀ ਸ਼ੁਰੂ ਹੈ। ਔਰੰਗਜ਼ੇਬ ਅਤ ਦੁੱਖ ਤੇ ਘਬਰਾਹਟ ਨਾਲ, ਯਾ ਖੁਦਾ, ਇਸੇ ਗੱਲ ਤੋਂ ਮੈਂ ਡਰਦਾ ਸਾਂ, ਮੈਂ ਹਰਗਿਜ਼ ਕੁਛ ਤੋਂ ਖੂਨ ਨਹੀਂ ਹੋਣ ਦਿਆਂਗਾ। ਆਵਾਜ਼, ਬੁੱਢੇ ਬਾਦਸ਼ਾਹ, ਭੁੱਲ ਗਿਆ ਹੈ ਤੂੰ ਵੀ ਆਪਣੇ ਬਾਪ ਸ਼ਾਹਜਹਾਨ ਦੀ ਮੌਤ ਦੀ ਇੰਤਜ਼ਾਰ ਨਹੀਂ ਸੀ ਕੀਤੀ। ਔਰੰਗਜ਼ੇਬ, ਮੈਂ ਗਲਤੀ ਤੇ ਸਾਂ, ਹਕੂਮਤ ਦੀ ਹਵਸ ਨੇ ਮੈਨੂੰ ਅੰਨਾ ਕੀਤਾ ਹੋਇਆ ਸੀ। ਆਵਾਜ਼, ਤੇਰੇ ਬੇਟੇ ਤੇਰੀ ਗਲਤੀ ਦੁਹਰਾਉਣਗੇ। ਹੁਣ ਤੇਰੀਆਂ ਨਸੀਹਤਾਂ ਨਹੀਂ, ਤੇਰੇ ਅਮਲ ਉਹਨਾਂ ਦੇ ਕਦਮਾਂ ਦੀ ਰਹਿਬਰੀ ਕਰਨਗੇ। ਔਰੰਗਜ਼ੇਬ, ਉਹ ਗੁੰਮਰਾਹ ਸ਼ਹਿਜ਼ਾਦਿਓ, ਮੇਰੀ ਗਲਤੀ ਹਰਗਿਜ਼ ਨਾ ਦੁਹਰਾਇਓ। ਹਮੇਸ਼ਾ ਲਈ ਮੈਂ ਮਨ ਤੇ ਰੂਹ ਦਾ ਚੈਨ ਗਵਾ ਬੈਠਾ ਹਾਂ। ਔਰੰਗਜ਼ੇਬ, ਜਿਉਂਦੇ ਜੀ ਮੈਂ ਮੁਗਲ ਹਕੂਮਤ ਨੂੰ ਹਰਗਿਜ਼ ਕਮਜ਼ੋਰ ਨਹੀਂ ਹੋਣ ਦਿਆਂਗਾ। ਆਵਾਜ਼ ਕਹਿੰਦੀ ਹੈ, ਮੁਗਲ ਸਲਤਨਤ ਤਾਂ ਅੱਗੇ ਹੀ ਤੇਰੇ ਵਾਂਗ ਬੁੱਢੀ ਤੇ ਜਰਜਰੀ ਹੋ ਚੁੱਕੀ ਹੈ। ਤੂੰ ਹੀ ਉਸ ਦੀਆਂ ਜੜ੍ਹਾਂ ਖੋਖਲੀਆਂ ਕਰਨ ਦਾ ਜ਼ਿੰਮੇਵਾਰ ਹੈ। ਔਰੰਗਜ਼ੇਬ ਕਹਿੰਦਾ ਹੈ, ਹਰਗਿਜ਼ ਨਹੀਂ, ਪੂਰੇ 48 ਸਾਲ ਮੈਂ ਇਸ ਨੂੰ ਮਜ਼ਬੂਤ ਬਣਾਉਣ ਲਈ ਦਿਨ ਰਾਤ ਇੱਕ ਕੀਤਾ ਹੈ। ਕਦੇ ਫਰਜ਼ ਤੋਂ ਕੁਤਾਹੀ ਨਹੀਂ ਕੀਤੀ। ਰੱਬ ਉਗਾਹ ਹੈ, ਮੈਂ ਮਿਹਨਤ, ਦਿਆਨਤਦਾਰੀ ਤੇ ਸੱਚਾਈ ਨਾਲ ਆਪਣਾ ਫਰਜ਼ ਨਿਭਾਇਆ ਹੈ। ਆਵਾਜ਼ ਕਹਿੰਦੀ ਹੈ, ਤੂੰ ਖੁਸ਼ਾਮਦੀ ਲੋਕਾਂ ਤੋਂ ਆਲਮਗੀਰ ਜ਼ਿੰਦਾਬਾਦ ਦੇ ਨਾਅਰੇ ਸੁਣ ਸੁਣ ਖੁਸ਼ ਫਹਿਮੀ ਵਿੱਚ ਰਿਹਾ ਹੈ। ਔਰੰਗਜ਼ੇਬ, ਕੀ ਤੂੰ ਜਾਣਦਾ ਹੈ ਹਕੂਮਤ ਦੀਆਂ ਨੀਹਾਂ ਕੌਣ ਪੱਕੀਆਂ ਕਰਦਾ ਹੈ। ਔਰੰਗਜ਼ੇਬ ਕਹਿੰਦਾ ਹੈ, ਹੁਕਮਰਾਨ ਦੇ ਮਜ਼ਬੂਤ ਹੱਥ ਔਰ ਪੁਖਤਾ ਇਰਾਦਾ। ਆਵਾਜ਼ ਕਹਿੰਦੀ ਹੈ, ਨਹੀਂ, ਤੂੰ ਭੁਲੇਖੇ ਵਿੱਚ ਰਿਹਾ ਹੈ। ਅਸ਼ੋਕ ਤੇ ਅਕਬਰ ਵਾਂਗ ਲੋਕਾਂ ਦੇ ਦਿਲਾਂ ਨੂੰ ਜਿੱਤਣ ਨਾਲ ਰਾਜ ਦੀਆਂ ਨੀਹਾਂ ਪੱਕੀਆਂ ਹੁੰਦੀਆਂ ਹਨ। ਸਿੱਖ, ਮਰਾਠੇ, ਰਾਜਪੂਤ, ਸੰਤ, ਸਾਧੂ, ਸ਼ੀਆ, ਸੂਫੀ, ਕੁੱਲ ਹਿੰਦੂ ਜਾਤੀ ਤੇਰੀ ਹਕੂਮਤ ਤੋਂ ਦੁਖੀ ਹੈ। ਇਸ ਇਕਾਂਗੀ ਵਿੱਚ ਔਰੰਗਜ਼ੇਬ ਅਤੇ ਉਸਦੀ ਧੀ ਜੀਨਤ ਉਨ ਨਿਸਾ ਦਾ ਰਿਸ਼ਤਾ ਬਾਖੂਬੀ ਚਿਤਰਿਆ ਗਿਆ ਹੈ। ਔਰੰਗਜ਼ੇਬ ਮਾਨਸਿਕ ਧੱਕੇ ਨਾਲ ਡਿੱਗਣ ਲੱਗਦਾ ਹੈ, ਪਰ ਜੀਨਤ ਉਸ ਨੂੰ ਹੱਥਾਂ ਤੇ ਬੋਚਦੀ ਹੈ। ਜੀਨਤ, ਅੱਬਾ ਜਾਨ, ਅੱਬਾ ਜਾਨ। ਔਰੰਗਜ਼ੇਬ ਇੱਕਦਮ ਆਪਣੇ ਆਪ ਨੂੰ ਛੁਡਾ ਕੇ ਕਹਿੰਦਾ ਹੈ, ਮੈਨੂੰ ਨਾ ਮਾਰੋ, ਦੁੱਖ ਔਰ ਗਮ ਨਾਲ ਮੈਂ ਅੱਗੇ ਹੀ ਮਰਿਆ ਹੋਇਆ ਹਾਂ। ਜੀਨਤ ਝੂਣ ਕੇ ਜਗਾਉਂਦੀ ਹੋਈ ਕਹਿੰਦੀ ਹੈ,
ਅੱਬਾ ਜਾਨ, ਮੈਂ ਹਾਂ ਆਪ ਦੀ ਬੇਟੀ ਜੀਨਤ। ਔਰੰਗਜ਼ੇਬ ਕਹਿੰਦਾ ਹੈ, ਮੈਨੂੰ ਮਾਰਨ ਦਾ ਤੈਨੂੰ ਕੀ ਫਾਇਦਾ ਹੋਵੇਗਾ? ਜੀਨਤ ਕਹਿੰਦੀ ਹੈ, ਅੱਬਾ ਹੋਸ਼ ਵਿੱਚ ਆਓ, ਆਪ ਦੀ ਪਿਆਰੀ ਬੇਟੀ ਜੀਨਤ ਤੋਂ ਬਿਨਾਂ ਹੋਰ ਕੋਈ ਨਹੀਂ ਇੱਥੇ। ਔਰੰਗਜ਼ੇਬ ਅੱਧ ਹੋਸ਼ੀ ਵਿੱਚ ਕਹਿੰਦਾ ਹੈ, ਠੀਕ ਹੈ, ਤੂੰ ਕੋਈ ਬੇਟਾ ਹੈ ਜੋ ਮੇਰੇ ਖੂਨ ਦੀ ਪਿਆਸੀ ਹੋਵੇਂਗੀ? ਜੀਨਤ ਕਹਿੰਦੀ ਹੈ, ਅੱਬਾ ਹਰ ਬੇਟੀ ਬਾਪ ਦਾ ਭਲਾ ਚਾਹੁੰਦੀ ਹੈ। ਜੀਨਤ ਔਰੰਗਜ਼ੇਬ ਨੂੰ ਕਹਿੰਦੀ ਹੈ, ਅੱਬਾ ਜਾਨ, ਮੈਦਾਨੇ ਜੰਗ ਵਿੱਚ ਵੀ ਤੁਸੀਂ ਨਮਾਜ਼ ਦਾ ਵਕਤ ਨਹੀਂ ਸੀ ਖੁੰਝਾਇਆ। ਔਰੰਗਜ਼ੇਬ ਕਹਿੰਦਾ ਹੈ, ਕਿਆ ਫਜਰ ਦੀ ਨਮਾਜ਼ ਦਾ ਵਕਤ ਹੋ ਚੁੱਕਾ ਹੈ? ਯਾਦ ਕਰਕੇ ਉਫ ਬੇਟੀ ਜੀਨਤ, ਅੱਜ ਮੈਨੂੰ ਨਹਾਇਤ ਖੌਫਨਾਕ ख्वाब आया है। ऐसी डरावनी रात, तोबा तोबा, सारी रात एक पल नहीं सौ सकिया, या मेरे मौला रहम कर। जीनत कहती है, अब्बा जान, तुसी ज़्यादा फिक्रमंद रहंदे हो, सुपना क्या सी? औरंगजेब कहता है, बेटी दसन वाली गल नहीं, पहला मैनू मस्जिद कोल लै चल, मैं इबादत कर आवां, मते मेरे मन नूं चैन आवे। उन्हां दे मस्जिद वल जाण पिछों बेगम उदयपुरी, शाही हकीम अते औरंगजेब दा अहलकार अस्त खान आ जांदे हन। शाही हकीम कहंदा है, बेगम साहिबा जरा गौर नाल देखो, सब चीज़ां खिंडरियां होईयां हन। बेगम कुछ झुक के जवाब दिंदी है, आ तस्बीह भी डिग्गी पई है। हकीम कहता है, साफ जाहिर है हजूर दे मन की हालत गैर मामूली तौर ते खराब है। बेगम कहती है, खान बहादुर आप भी आ गए, तशरीफ लै आओ अंदर। अस्त खान चुक के जवाब दिंदा है, सलाम बेगम साहिबा। शाही हकीम कहता है, आदाब अर्ज खान बहादुर। अस्त खान उस नूं सिर नाल जवाब दे के कहता है, क्या हुक्म है बेगम साहिबा? बेगम कहती है, जहान पनाह अज नहायत परेशान है। हजूर दी आवाज़ सुन के मैं बेटी जीनत नूं जगाया। पहला तां असीं बहुत डरियां, अखीर मुश्किल नाल बेटी ਨੂੰ ਕਮਰੇ ਅੰਦਰ ਜਾਣ ਲਈ ਮਜਬੂਰ ਕੀਤਾ। ਇਸ ਇਕਾਂਗੀ ਵਿੱਚ ਪਰਿਵਾਰਕ ਮੋਹ ਦੀਆਂ ਤੰਦਾਂ ਬਾਰੇ ਵੀ ਗੱਲ ਕੀਤੀ ਗਈ ਹੈ, ਜਿਸ ਵਿੱਚ ਔਰੰਗਜ਼ੇਬ, ਉਸ ਦੀ ਪਤਨੀ ਅਤੇ ਬੱਚੇ ਬੱਝੇ ਹੋਏ ਹਨ। ਔਰੰਗਜ਼ੇਬ ਮੁਸਕਰਾਉਂਦਾ ਹੋਇਆ ਕਹਿੰਦਾ ਹੈ, ਤੂੰ ਕਿਤੇ ਕਾਮ ਬਖਸ਼ ਨੂੰ ਇਤਲਾਹ ਤਾਂ ਨਹੀਂ ਭੇਜ ਦਿੱਤੀ? ਬੇਗਮ ਕੰਨਾਂ ਨੂੰ ਹੱਥ ਲਾ ਕੇ ਕਹਿੰਦੀ ਹੈ, ਹਜੂਰ ਦੇ ਹੁਕਮ ਤੋਂ ਬਿਨਾਂ ਮੈਂ ਕਦੇ ਐਸਾ ਕਦਮ ਨਹੀਂ ਪੁੱਟ ਸਕਦੀ। ਔਰੰਗਜ਼ੇਬ ਕਹਿੰਦਾ ਹੈ, ਅਸਤ ਖਾਨ ਨੂੰ ਕਿਸ ਨੇ ਬੇਵਕਤ ਤਕਲੀਫ ਦਿੱਤੀ ਹੈ? ਅਸਤ ਖਾਨ ਝੁਕਦਾ ਹੋਇਆ ਕਹਿੰਦਾ ਹੈ, ਬੇਟੀ ਜੀਨਤ ਦਾ ਪੈਗਾਮ ਗਿਆ ਸੀ ਕਿ ਜਹਾਨ ਪਨਾਹ ਦੀ ਤਬੀਅਤ ਸਖਤ ਨਾਸਾਜ਼ ਹੈ। ਔਰੰਗਜ਼ੇਬ ਜੀਨਤ ਵੱਲ ਪਿਆਰ ਨਾਲ ਦੇਖਦਾ ਹੋਇਆ ਕਹਿੰਦਾ ਹੈ, ਮੇਰੀ ਬੇਟੀ ਨੂੰ ਜ਼ਰੂਰਤ ਤੋਂ ਜ਼ਿਆਦਾ ਮੇਰੀ ਫਿਕਰ ਰਹਿੰਦੀ ਹੈ। ਪਿਛਲੇ 30 ਸਾਲਾਂ ਤੋਂ ਇਹ ਮੇਰੀ ਖਿਦਮਤ ਕਰ ਰਹੀ ਹੈ। ਖੁਦਾ ਹਰ ਬਸ਼ਰ ਨੂੰ ਐਸੀ ਨੇਕ ਬਖਤ ਬੇਟੀ ਦੇ। ਬੇਗਮ ਕਹਿੰਦੀ ਹੈ, ਜਹਾਨ ਪਨਾਹ ਦੀ ਖਿਦਮਤ ਤੋਂ ਬਿਨਾਂ ਮੇਰੀ ਵੀ ਜ਼ਿੰਦਗੀ ਦਾ ਕੋਈ ਮਕਸਦ ਨਹੀਂ। ਔਰੰਗਜ਼ੇਬ ਮੁਸਕਰਾਉਂਦਾ ਹੋਇਆ जवाब दिंदा है, बेगम उदयपुरी तू अपनी जगह है, बेटी अपनी जगह है। शाही हकीम औरंगजेब नूं एक दवाई दिंदा है। हकीम कहता है, जहान पनाह हजूर दे चेहरे ते अखां दी अलामत चिंता भरी है, आराम दी सख्त जरूरत है। औरंगजेब कहता है, 3 घंटियां तो ਜ਼ਿਆਦਾ ਮੈਂ ਕਈ ਸਾਲਾਂ ਤੋਂ ਨਹੀਂ ਸੁੱਤਾ, ਪਰ ਅੱਜ ਤਾਂ ਨੀਂਦ ਹੀ ਹਰਾਮ ਹੋ ਗਈ ਹੈ।
ਹਕੀਮ ਕਹਿੰਦਾ ਹੈ, ਇਸ ਹਾਲਤ ਵਿੱਚ ਨੀਂਦ ਅੱਜ ਹੱਦ ਜ਼ਰੂਰੀ ਹੈ ਕਿਉਂਕਿ ਇਸ ਦਾ ਜਿਹਨ ਨਾਲ ਤਾਲੁਕ ਹੈ। ਔਰੰਗਜ਼ੇਬ ਕਹਿੰਦਾ ਹੈ, ਨੀਂਦ ਲਿਆਉਣ ਵਾਲੀ ਕੋਈ ਅੱਛੀ ਦਵਾ ਹੈ ਤੇਰੇ ਪਾਸ? ਹਕੀਮ ਅੱਗੋਂ ਜਵਾਬ ਦਿੰਦਾ ਹੈ, ਨਹਾਇਤ ਅੱਛੀ ਜਹਾਨ ਪਨਾਹ। ਔਰੰਗਜ਼ੇਬ ਮੁਸਕਰਾਉਂਦਾ ਹੋਇਆ ਕਹਿੰਦਾ ਹੈ, ਹਮੇਸ਼ਾ ਦੀ ਨੀਂਦ ਸਲਾਉਣ ਵਾਲੀ ਤਾਂ ਨਹੀਂ। ਹਕੀਮ ਅੱਗੋਂ ਜਵਾਬ ਦਿੰਦਾ ਹੈ, ਜਹਾਨ ਪਨਾਹ ਦੇ ਇਕਬਾਲ ਨਾਲ ਸਾਰਾ ਹਿੰਦੁਸਤਾਨ ਸੁੱਖ ਦਾ ਸਾਹ ਲੈ ਰਿਹਾ ਹੈ। ਔਰੰਗਜ਼ੇਬ ਅੱਗੋਂ ਜਵਾਬ ਦਿੰਦਾ ਹੈ, ਤੇਰੀਆਂ ਗੱਲਾਂ ਵਾਂਗ ਤੇਰੀ ਦਵਾ ਵੀ ਝੂਠੀ ਹੀ ਹੋਵੇਗੀ, ਦਿਖਾ ਕਿਹੜੀ ਦਵਾ ਹੈ। ਔਰੰਗਜ਼ੇਬ ਆਪਣੇ ਅਹਿਲਕਾਰ ਅਸਦ ਖਾਨ ਨਾਲ ਆਪਣੇ ਦਿਲ ਦਾ ਭਾਰ ਹੌਲਾ ਕਰਦਾ ਹੋਇਆ ਕਹਿੰਦਾ ਹੈ, ਅਸਦ ਖਾਨ, ਤੂੰ ਮੇਰਾ ਆਲਾ ਅਹਿਲਕਾਰ ਹੀ ਨਹੀਂ, ਦਿਲੀ ਦੋਸਤ ਵੀ ਹੈ। ਬੇਸ਼ੱਕ ਕਈ ਰਾਜ਼ ਮੈਂ ਤੇਰੇ ਪਾਸੋਂ ਵੀ ਲੁਕਾ ਕੇ ਰੱਖਦਾ ਹਾਂ, ਪਰ ਅੱਜ ਆਪਣੇ ਦਿਲ ਦਾ ਭੇਤ ਤੇਰੇ ਸਾਹਮਣੇ ਜ਼ਾਹਰ ਕਰਦਾ ਹਾਂ। ਅਸਦ ਖਾਨ ਹਜੂਰ ਦੀ ਜਰਾ ਨਿਵਾਜੀ ਹੈ। ਔਰੰਗਜ਼ੇਬ ਕਹਿੰਦਾ ਹੈ, ਮੈਂ ਆਪਣੀ ਕਮਜ਼ੋਰੀ ਕਿਸੇ ਸਾਹਮਣੇ ਜ਼ਾਹਰ ਨਹੀਂ ਕਰਨੀ ਚਾਹੁੰਦਾ। ਤੇਰੇ ਉੱਤੇ ਮੈਨੂੰ ਮੁਕੰਮਲ ਭਰੋਸਾ ਹੈ, ਤੂੰ ਮੈਨੂੰ ਜ਼ਰੂਰ ਸਹੀ ਮਸ਼ਵਰਾ ਦੇਵੇਂਗਾ। ਅਸਦ ਖਾਨ ਕਹਿੰਦਾ ਹੈ, ਜਹਾਨ ਪਨਾਹ, ਜਲਦੀ ਆਪਣੇ ਦਿਮਾਗ ਦਾ ਭਾਰ ਹੌਲਾ ਕਰੋ। ਔਰੰਗਜ਼ੇਬ ਕਹਿੰਦਾ ਹੈ, ਦੋਸਤ, ਸੱਚ ਤਾਂ ਇਹ ਹੈ ਕਿ ਜ਼ਿੰਦਗੀ ਭਰ ਮੈਂ ਇਤਨਾ ਪਰੇਸ਼ਾਨ ਨਹੀਂ ਹੋਇਆ ਜਿਤਨਾ ਇੱਕ ਰਾਤ ਵਿੱਚ, ਨਾ ਹੀ ਅੱਜ ਤੱਕ ਕਿਸੇ ਨੇ ਮੇਰੀ ਜ਼ਮੀਰ ਨੂੰ ਇਤਨਾ ਝੰਜੋੜਿਆ ਹੈ। ਔਰੰਗਜ਼ੇਬ ਕਹਿੰਦਾ ਹੈ, ਕੱਲ੍ਹ ਪੰਜਾਬ ਤੋਂ ਦਇਆ ਸਿੰਘ ਨਾਂ ਦਾ ਇੱਕ ਸਿੱਖ ਆਪਣੇ ਪੀਰ ਗੋਬਿੰਦ ਸਿੰਘ ਦਾ ਖਤ ਲੈ ਕੇ ਮਿਲਿਆ ਹੈ। ਅਸਦ ਖਾਨ ਕਹਿੰਦਾ ਹੈ, ਇਹ ਤਾਂ ਮੈਂ ਵੀ ਸੁਣਿਆ ਹੈ। ਔਰੰਗਜ਼ੇਬ ਸ਼ੱਕ ਨਾਲ ਪੁੱਛਦਾ ਹੈ, ਕਿਆ ਤੂੰ ਉਸ ਖਤ ਦੇ ਮਜ਼ਮੂਨ ਬਾਰੇ ਵੀ ਕੁਝ ਸੁਣਿਆ ਹੈ? ਅਸਦ ਖਾਨ ਡਰ ਕੇ ਜਵਾਬ ਦਿੰਦਾ ਹੈ, ਨਹੀਂ ਜਹਾਨ ਪਨਾਹ, ਬਸ ਇਹੋ ਸੁਣਿਆ ਸੀ ਕਿ ਉਸ ਸਿੰਘ ਨੂੰ ਕਈ ਮਹੀਨੇ ਇੰਤਜ਼ਾਰ ਕਰਨੀ ਪਈ ਮੁਲਾਕਾਤ ਲਈ। ਔਰੰਗਜ਼ੇਬ ਕਹਿੰਦਾ ਹੈ, ਕਿਉਂਕਿ ਉਹ ਆਪਣੇ ਹੱਥਾਂ ਨਾਲ ਖਤ ਮੈਨੂੰ ਦੇਣਾ ਚਾਹੁੰਦਾ ਸੀ। ਅਸਦ ਖਾਨ ਕਹਿੰਦਾ ਹੈ, ਫਿਰ ਤਾਂ ਹਜੂਰ ਖਾਸ ਪੈਗਾਮ ਹੋਵੇਗਾ। ਔਰੰਗਜ਼ੇਬ ਕਹਿੰਦਾ ਹੈ, ਹਾਂ, ਖਾਸ ਉਲ ਖਾਸ ਇੱਕ ਜ਼ਫਰਨਾਮਾ। ਅਸਦ ਖਾਨ ਪੁੱਛਦਾ ਹੈ, ਜਹਾਨ ਪਨਾਹ, ਉਸ ਖਤ ਵਿੱਚ ਐਸੀ ਕਿਹੜੀ ਗੱਲ ਹੈ ਜੋ ਹਜੂਰ ਦੇ ਦਿਮਾਗ ਨੂੰ ਇਤਨਾ ਪਰੇਸ਼ਾਨ ਕਰ ਰਹੀ ਹੈ? ਔਰੰਗਜ਼ੇਬ ਜਵਾਬ ਦਿੰਦਾ ਹੈ, ਉਸ ਵਿੱਚ ਸਿੱਖਾਂ ਦੇ ਪੀਰ ਨੇ ਐਸੀ ਬੇਬਾਕੀ ਨਾਲ ਮੈਨੂੰ ਲਾਹਨਤਾਂ ਪਾਈਆਂ ਹਨ ਕਿ ਮੇਰੀ ਜ਼ਮੀਰ ਥਰਥਰਾ ਗਈ ਹੈ, ਮੇਰਾ ਵਜੂਦ ਪਿੰਜਿਆ ਗਿਆ ਹੈ। ਪਤਾ ਨਹੀਂ ਉਸ ਦਾ ਜਿਹਨ ਉੱਤੇ ਕਿਆ ਅਸਰ ਹੋਇਆ, ਸਾਰੀ ਰਾਤ ਇੱਕ ਪਲ ਨੀਂਦ ਨਹੀਂ ਆਈ। ਸਵੇਰ ਸਾਰ ਜਰਾ ਅੱਖ ਲੱਗੀ ਤਾਂ ਐਸਾ ਖੌਫਨਾਕ ਖਾਬ ਆਇਆ ਜੋ ਬਿਆਨੋਂ ਬਾਹਰ ਹੈ। ਅਸਦ ਖਾਨ ਪੁੱਛਦਾ ਹੈ, ਅੱਲਾ ਦੇ ਆਸ਼ਕਾਂ ਨੂੰ ਕਿਸੇ ਦਾ ਡਰ ਪੈ ਨਹੀਂ ਹੁੰਦਾ, ਖਰੀਆਂ ਖਰੀਆਂ ਲਿਖ ਦਿੱਤੀਆਂ ਹੋਣਗੀਆਂ ਜੋ ਹਜੂਰ ਦੀ ਜ਼ਮੀਰ ਨੂੰ ਟੁੰਬ ਰਹੀਆਂ ਹਨ। ਔਰੰਗਜ਼ੇਬ ਜਵਾਬ ਦਿੰਦਾ ਹੈ, ਦੋਸਤ, ਸੱਚ ਜਾਣ, ਅੱਜ ਤੱਕ ਕਿਸੇ ਨੇ ਮੇਰੇ ਅਕੀਦੇ ਔਰ ਅਮਲਾਂ ਦੀ ਐਸੀ ਨਿਖੇਧੀ ਨਹੀਂ ਕੀਤੀ। ਉਸ ਦੇ ਜ਼ਫਰਨਾਮੇ ਨੇ ਮੇਰੇ ਇਨਸਾਨੀ ਜਜ਼ਬੇ ਨੂੰ ਹਲੂਣ ਦਿੱਤਾ ਹੈ। ਅਸਦ ਖਾਨ ਫਿਰ ਪੁੱਛਦਾ ਹੈ, ਇਹ ਤਾਂ ਸਭ ਮੰਨਦੇ ਹਨ ਕਿ ਉਹ ਅਜ਼ਮਤ ਵਾਲਾ ਪੀਰ ਹੈ। ਹਜੂਰ ਨੂੰ ਯਾਦ ਹੋਵੇਗਾ ਕਿ ਫੌਜਦਾਰ ਸੈਦ ਖਾਂ ਤੇ ਰਮਜ਼ਾਨ ਖਾਂ ਉਸ ਪੀਰ ਨਾਲ ਜਾ ਰਲੇ ਸਨ। ਜਹਾਨ ਪਨਾਹ, ਮੈਂ ਸਮਝ ਨਹੀਂ ਸਕਿਆ, ਇਸ ਵਿੱਚ ਦਿਲ 'ਤੇ ਲਾਉਣ ਵਾਲੀ ਕਿਹੜੀ ਗੱਲ ਹੈ? ਔਰੰਗਜ਼ੇਬ ਜਵਾਬ ਦਿੰਦਾ ਹੈ, ਵਜ਼ੀਰ ਖਾਂ ਨੇ ਮੇਰੇ ਨਾਂ 'ਤੇ ਪਹਿਲਾਂ ਕੁਰਾਨ ਸ਼ਰੀਫ ਦੀਆਂ ਕਸਮਾਂ ਖਾਧੀਆਂ, ਫਿਰ ਉਸ ਪੀਰ ਨੂੰ ਅਨੰਦਪੁਰ ਛੱਡਣ ਲਈ ਮਜਬੂਰ ਕੀਤਾ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ ਔਰ ਲੜਾਈ ਵਿੱਚ ਉਸ ਦੇ ਬੇਟੇ ਮਾਰੇ ਗਏ। ਅਸਦ ਖਾਨ
ਦਿਲੋਂ ਦੁੱਖ ਮਹਿਸੂਸ ਕਰਕੇ ਕਹਿੰਦਾ ਹੈ, ਬਹੁਤ ਬੁਰੀ ਖਬਰ ਹੈ, ਫਕੀਰਾਂ ਦੀ ਬਦ ਦੁਆ ਤੋਂ ਖੁਦਾ ਬਚਾਏ। ਔਰੰਗਜ਼ੇਬ ਅੰਤਰੀਵ ਡਰ ਅਧੀਨ ਕਹਿੰਦਾ ਹੈ, ਬੇਸ਼ੱਕ ਮੈਂ ਉਸ ਦੇ ਬਾਪ ਤੇਗ ਬਹਾਦਰ ਦੇ ਕਤਲ ਦਾ ਹੁਕਮ ਦਿੱਤਾ ਸੀ, ਮਗਰ ਉਹ ਮੁਲਕੀ ਮਾਮਲਾ ਸੀ। ਪਰ ਵਜ਼ੀਰ ਖਾਨ ਨੇ ਮੇਰਾ ਨਾਂ ਬਦਨਾਮ ਕੀਤਾ ਹੈ ਔਰ ਇਸਲਾਮ ਦੀ ਤੌਹੀਨ ਕੀਤੀ ਹੈ। ਦੱਸ ਉਸ ਨੂੰ ਕਿਆ ਸਜ਼ਾ ਦਿੱਤੀ ਜਾਵੇ। ਅਸਦ ਖਾਨ ਕਹਿੰਦਾ ਹੈ, ਡੂੰਘੀ ਸੋਚ ਵਾਲੀ ਬਾਤ ਹੈ ਜਹਾਨ ਪਨਾਹ। ਅੱਗੇ ਗੋਲਕੰਡਾ ਤੇ ਬੀਜਾਪੁਰ ਫਤਿਹ ਕਰਕੇ ਅਸੀਂ ਮਰਾਠਿਆਂ ਦਾ ਰਸਤਾ ਸਾਫ਼ ਕਰ ਦਿੱਤਾ ਹੈ। ਇਸ ਵਕਤ ਮੁਲਕ ਦੀ ਹਾਲਤ ਬਹੁਤ ਨਾਜ਼ੁਕ ਹੈ। ਆਖਰ ਪੰਜਾਬ ਵਿੱਚ ਵਜ਼ੀਰ ਖਾਨ ਨੇ ਸਿੱਖਾਂ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ। ਅਸਦ ਖਾਨ ਔਰੰਗਜ਼ੇਬ ਨੂੰ ਸਲਾਹ ਦਿੰਦਾ ਹੈ ਕਿ ਗੁਰੂ ਜੀ ਨੂੰ ਪੂਰੇ ਭਰੋਸੇ ਤੇ ਸੁਰੱਖਿਆ ਨਾਲ ਆਪਣੇ ਕੋਲ ਬੁਲਾ ਕੇ ਸੁਲ੍ਹਾ ਸਫਾਈ ਕਰ ਲਈ ਜਾਵੇ। ਔਰੰਗਜ਼ੇਬ ਜਿਵੇਂ ਕੋਈ ਗੱਲ ਜੱਚ ਗਈ ਹੁੰਦੀ ਹੈ ਕਹਿੰਦਾ ਹੈ, ਮੇਰਾ ਵੀ ਇਹੋ ਖਿਆਲ ਹੈ, ਖਾਸ ਕਾਸਦ ਨੂੰ ਭੇਜ ਕੇ ਗੁਰੂ ਨੂੰ ਸੁਲ੍ਹਾ ਸਫਾਈ ਲਈ ਬੁਲਾਉਂਦਾ ਹਾਂ। ਉਹਨਾਂ ਦੀ ਹਿਫਾਜ਼ਤ ਦੀ ਖਾਤਰ ਖਵਾ ਇੰਤਜ਼ਾਮ ਕਰਦਾ ਹਾਂ। ਜਾਓ ਮੀਰ ਮੁਨਸ਼ੀ ਔਰ ਦਇਆ ਸਿੰਘ ਨੂੰ ਦਰਬਾਰੇ ਖਾਸ ਵਿੱਚ ਹਾਜ਼ਰ ਕਰੋ। ਮੈਂ ਤਿਆਰ ਹੋ ਕੇ ਜਲਦੀ ਆਉਂਦਾ ਹਾਂ। ਔਰੰਗਜ਼ੇਬ, ਉਸ ਪੀਰ ਨਾਲ ਮੇਰੇ ਹੱਥੋਂ ਸਖਤ ਧੋਖਾ ਹੋਇਆ ਹੈ। ਬਾਬਰ ਨੇ ਬਾਬਾ ਨਾਨਕ ਅੱਗੇ ਸਿਰ ਝੁਕਾਇਆ ਸੀ, ਪਰ ਮੈਂ ਉਸ ਗੁਰੂ ਘਰ ਨਾਲ ਮੱਥਾ ਲਾਇਆ ਹੈ। ਜੀਨਤ ਪੁੱਛਦੀ ਹੈ, ਗੁਰੂ ਤੇਗ ਬਹਾਦਰ ਦੀ ਸ਼ਹੀਦੀ ਵੱਲ ਇਸ਼ਾਰਾ ਕਰ ਰਹੇ ਹੋ? ਔਰੰਗਜ਼ੇਬ ਜਵਾਬ ਦਿੰਦਾ ਹੈ, ਨਹੀਂ, ਇਸ ਖੱਤ ਦਾ ਨਾਂ ਹੈ ਜ਼ਫਰਨਾਮਾ। ਯਕੀਨਨ ਗੁਰੂ ਦੀ ਫਤਿਹ ਔਰ ਮੇਰੀ ਸ਼ਿਕਸ਼ਤ ਹੋਈ ਹੈ। ਜੀਨਤ ਕਾਹਲੀ ਪੈ ਕੇ ਪੁੱਛਦੀ ਹੈ, ਮੈਨੂੰ ਕੁਝ ਸਮਝ ਨਹੀਂ ਆਈ ਅੱਬਾ ਜਾਨ। ਔਰੰਗਜ਼ੇਬ ਕਹਿੰਦਾ ਹੈ, ਵਜ਼ੀਰ ਖਾਨ ਨੇ ਮੇਰੇ ਨਾਂ 'ਤੇ ਝੂਠੀਆਂ ਕਸਮਾਂ ਖਾ ਕੇ ਗੁਰੂ ਨੂੰ ਅਨੰਦਪੁਰ ਤੋਂ ਕਢਵਾਇਆ, ਪਿੱਛੋਂ ਧੋਖੇ ਨਾਲ ਹਮਲਾ ਕਰ ਦਿੱਤਾ। ਜੀਨਤ ਕਹਿੰਦੀ ਹੈ, ਅੱਬਾ ਜਾਨ, ਇਹ ਹਥਿਆਰ ਤਾਂ ਤੁਸੀਂ ਰੋਜ਼ ਮਰਾਠਿਆਂ ਦੇ ਖਿਲਾਫ ਇਸਤੇਮਾਲ ਕਰਦੇ ਹੋ। ਔਰੰਗਜ਼ੇਬ ਕਹਿੰਦਾ ਹੈ, ਪਰ ਮੈਂ ਮੁਕੱਦਮ ਕੁਰਾਨ ਦੀ ਕਸਮ ਕਦੇ ਨਹੀਂ ਖਾਧੀ। ਜੀਨਤ ਕਹਿੰਦੀ ਹੈ, ਅੱਬਾ, ਤੁਸੀਂ ਅਸਲ ਗੱਲ ਅਜੇ ਵੀ ਛੁਪਾ ਰਹੇ ਹੋ, ਤੁਹਾਡਾ ਚਿਹਰਾ ਸਾਫ਼ ਦੱਸਦਾ ਹੈ। ਔਰੰਗਜ਼ੇਬ ਕਹਿੰਦਾ ਹੈ, ਗੁਰੂ ਦੇ ਵੱਡੇ 2 ਬੇਟੇ ਲੜਦੇ ਹੋਏ ਮਾਰੇ ਗਏ। ਜੀਨਤ ਫਿਰ ਪੁੱਛਦੀ ਹੈ, ਛੋਟੇ ਤਾਂ ਸਹੀ ਸਲਾਮਤ ਹਨ? ਔਰੰਗਜ਼ੇਬ ਕਹਿੰਦਾ ਹੈ, ਇਹ ਗੱਲ ਮੇਰੇ ਪਾਸੋਂ ਨਾ ਪੁੱਛ। ਜੀਨਤ ਕਹਿੰਦੀ ਹੈ, ਅੱਬਾ, ਜਲਦੀ ਮਨ ਦਾ ਭਾਰ ਹੌਲਾ ਕਰੋ। ਔਰੰਗਜ਼ੇਬ ਕਹਿੰਦਾ ਹੈ, ਵਜ਼ੀਰ ਖਾਨ ਨੇ ਗੁਰੂ ਦੇ ਦੋਵੇਂ ਛੋਟੇ ਬੇਟੇ ਜਿਉਂਦੇ ਨੀਹਾਂ ਵਿੱਚ ਚਿਣਾ ਕੇ ਮਰਵਾ ਦਿੱਤੇ ਹਨ। ਜੀਨਤ ਚੀਕ ਮਾਰ ਕੇ ਬੇਹੋਸ਼ੀ ਵਿੱਚ ਕਹਿੰਦੀ ਹੈ, ਅੱਬਾ, ਇਹ ਤਾਂ ਜ਼ੁਲਮ ਦੀ ਇੰਤਹਾ ਹੈ, ਖੁਦਾ ਤੁਹਾਨੂੰ ਕਦੇ ਮੁਆਫ ਨਹੀਂ ਕਰੇਗਾ। ਜੀਨਤ ਰੋਂਦੀ ਹੋਈ ਕਹਿੰਦੀ ਹੈ, ਅੱਬਾ, ਜਦੋਂ ਤੁਹਾਡਾ ਬਾਗੀ ਬੇਟਾ ਅਕਬਰ ਫੌਤ ਹੋਇਆ ਸੀ ਤਾਂ ਤੁਸੀਂ ਕਿੰਨਾ ਰੋਏ ਸੀ। ਜਿਸ ਵਕਤ ਤੁਹਾਡੀ ਬਾਗੀ ਸ਼ਾਇਰ ਬੇਟੀ ਜੇਬ ਉਨ ਨਿਸਾ ਚੱਲ ਵਸੀ ਤਾਂ ਤੁਸੀਂ ਜਾਰੋ ਜਾਰ ਰੋਏ ਸੀ, ਪਰ ਅੱਜ ਮਾਸੂਮ ਬੱਚਿਆਂ ਦੀ ਸ਼ਹੀਦੀ 'ਤੇ ਤੁਸੀਂ ਚੁੱਪ ਖੜੇ ਹੋ। ਜੀਨਤ ਫਿਰ ਔਰੰਗਜ਼ੇਬ ਨੂੰ ਕਹਿੰਦੀ ਹੈ, ਤੁਸੀਂ ਵਜ਼ੀਰ ਖਾਨ ਨੂੰ ਸਖਤ ਤੋਂ ਸਖਤ ਸਜ਼ਾ ਦੇ ਕੇ ਸਿੱਖਾਂ ਦਾ ਦਿਲ ਠੰਡਾ ਕਰ ਸਕਦੇ ਹੋ। ਜੀਨਤ ਗੁੱਸੇ ਦੇ ਪਾਗਲਪਨ ਵਿੱਚ ਫਿਰ ਕਹਿੰਦੀ ਹੈ, ਸਜ਼ਾ ਵੀ ਨਹੀਂ ਦੇ ਸਕਦੇ? ਫਿਰ ਅੱਬਾ, ਤੁਹਾਡੇ ਇਸ਼ਾਰੇ 'ਤੇ ਹੀ ਇਹ ਗੁਨਾਹ ਹੋਇਆ ਹੈ। ਭਰਾਵਾਂ ਨੂੰ ਕਤਲ ਕਰਨ ਨਾਲੋਂ ਵੀ ਕਿੰਨਾ ਭਾਰੀ ਹੈ ਇਹ ਗੁਨਾਹ। ਅੱਬਾ, ਤੁਹਾਡੀ ਰੂਹ ਨੂੰ ਕਦੀ ਚੈਨ ਨਹੀਂ ਆਏਗਾ। ਜੀਨਤ ਫਿਰ ਔਰੰਗਜ਼ੇਬ ਨੂੰ ਕਹਿੰਦੀ ਹੈ, ਅੱਬਾ, ਤੂੰ ਮੁਸਲਮਾਨ ਹੁੰਦਾ ਹੋਇਆ ਵੀ ਰੱਬ ਨੂੰ ਨਹੀਂ ਪਛਾਣ ਸਕਿਆ। ਤੂੰ ਰੱਬ ਤੋਂ ਡਰਦਾ ਜ਼ਰੂਰ ਹੈ, ਮਗਰ
ਉਸ ਨੂੰ ਪਿਆਰ ਨਹੀਂ ਕਰਦਾ, ਇਸ ਕਰਕੇ ਉਸ ਦੀ ਖਲਕ ਨੂੰ ਤੂੰ ਸਾਰੀ ਉਮਰ ਦੁਖੀ ਕੀਤਾ ਹੈ, ਖੁਦਾ ਰਹਿਮ ਕਰੇ। ਔਰੰਗਜ਼ੇਬ ਪਛਤਾਵੇ ਭਰੇ ਭਾਵਾਂ ਨਾਲ ਕਹਿੰਦਾ ਹੈ, ਬੇਟੀ ਅੱਜ ਮੇਰੀ ਰੂਹ ਰੋ ਰਹੀ ਹੈ, ਮੇਰਾ ਰੋਮ ਰੋਮ ਕੰਬ ਰਿਹਾ ਹੈ। ਸਾਰੀ ਰਾਤ ਮੈਂ ਸੂਲੀ 'ਤੇ ਟੰਗਿਆ ਰਿਹਾ ਹਾਂ। 7 ਔਰ 9 ਸਾਲਾਂ ਦੇ ਬੱਚਿਆਂ ਉੱਤੇ ਜ਼ੁਲਮ ਕਰਨ ਦੀ ਇਸਲਾਮ ਹਰਗਿਜ਼ ਇਜਾਜ਼ਤ ਨਹੀਂ ਦਿੰਦਾ, ਮਗਰ ਮੈਂ ਮਜਬੂਰ ਹਾਂ। ਔਰੰਗਜ਼ੇਬ ਫਿਰ ਜੀਨਤ ਉਨ ਨਿਸਾ ਨੂੰ ਕਹਿੰਦਾ ਹੈ, ਬੇਟੀ ਮੈਂ ਸਭ ਕੁਝ ਸਮਝਦਾ ਹਾਂ, ਲੋਕੀ ਮੈਨੂੰ ਇਨਸਾਨ ਵੀ ਖਿਆਲ ਨਹੀਂ ਕਰਨਗੇ। ਮੈਂ ਅਣਗਿਣਤ ਲੜਾਈਆਂ ਜਿੱਤ ਕੇ ਵੀ ਜ਼ਿੰਦਗੀ ਦੀ ਬਾਜੀ ਹਾਰ ਕੇ ਜਾ ਰਿਹਾ ਹਾਂ। ਮੈਂ ਖਾਲੀ ਹੱਥ ਇਸ ਦੁਨੀਆ ਵਿੱਚ ਆਇਆ ਸਾਂ, ਗੁਨਾਹਾਂ ਦੇ ਭਾਰ ਨਾਲ ਲੱਦਿਆ ਜਾਵਾਂਗਾ। ਬੇਟੀ ਜੀਨਤ, ਤੂੰ ਮੇਰੀ ਆਖਰੀ ਉਮਰ ਦਾ ਸਹਾਰਾ ਹੈ। ਠਹਿਰ, ਬੁਝ ਰਹੇ ਦੀਵੇ ਨੂੰ ਫੂਕ ਨਾ ਮਾਰ। ਮੇਰੀਆਂ ਯਾਦਾਂ ਕੌੜੀਆਂ ਜ਼ਹਿਰ ਹਨ। ਮੈਂ ਆਪਣੇ ਬੇਟਿਆਂ ਦੇ ਨਾਂ ਵਸੀਅਤ ਲਿਖਣੀ ਚਾਹੁੰਦਾ ਹਾਂ। ਬੇਟੀ ਜੀਨਤ, ਮੇਰੀ ਮਦਦ ਕਰ। ਦੀਵੇ ਟਿਮਟਿਮਾਉਂਦੇ ਹਨ। ਔਰੰਗਜ਼ੇਬ ਜੀਨਤ ਬੇਟੀ ਕਹਿੰਦਾ ਹੋਇਆ ਕਮਰੇ ਤੋਂ ਬਾਹਰ ਲੜਖੜਾਉਂਦਾ ਚਲਾ ਜਾਂਦਾ ਹੈ ਅਤੇ ਇਕਾਂਗੀ ਨਾਟਕੀ ਢੰਗ ਨਾਲ ਖਤਮ ਹੋ ਜਾਂਦਾ ਹੈ। ਇਹ ਸੀ ਇਕਾਂਗੀ ਜ਼ਫਰਨਾਮਾ, ਜਿਸ ਬਾਰੇ ਅਸੀਂ ਗੱਲਬਾਤ ਕੀਤੀ ਹੈ। ਧੰਨਵਾਦ।